UHRO ਲਾਈਵ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮੈਂ ਸਤਨਾਮ ਸਿੰਘ ਧਾਲੀਵਾਲ, ਪ੍ਰਧਾਨ ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਅਤੇ ਸਾਡੇ ਨਾਲ ਨੇ DP ਮੋੜ ਸੈਕਟਰੀ CPI ਜ਼ਿਲ੍ਹਾ ਲੁਧਿਆਣਾ, ਅਤੇ ਨਾਲ ਨੇ ਸਰਦਾਰ ਮਨਜੀਤ ਸਿੰਘ ਲੋਟੇ। ਦਰਸ਼ਕੋ, BJP ਸਰਕਾਰ ਹੋਂਦ ਵਿੱਚ ਆਉਣ ਤੋਂ ਬਾਅਦ ਕਦੇ ਹਸੀਨ ਬਾਗ ਐਜੀਟੇਸ਼ਨ, ਕਦੇ 370 ਧਾਰਾ ਦੇ ਵਿੱਚ ਅਮੈਂਡਮੈਂਟ, ਕਦੇ ਕਿਸਾਨ ਵਿਰੋਧੀ 3 ਕਾਲੇ ਕਾਨੂੰਨ ਲਿਆ ਕੇ, ਅਤੇ ਹੁਣ ਅਗਨੀਪਥ ਯੋਜਨਾ ਜਿਹੜੀ ਆ ਉਹ ਲਿਆ ਕੇ ਹਮੇਸ਼ਾ ਸੁਰਖੀਆਂ ਦੇ ਵਿੱਚ ਹੀ ਰਹੀ ਆ, ਜਿਸ ਦੇ ਨਾਲ ਭਾਰੀ ਜਾਨੀ ਮਾਲੀ ਨੁਕਸਾਨ ਜਿਹੜਾ ਆ ਉਹ ਪਬਲਿਕ ਨੂੰ ਉਠਾਉਣਾ ਪਿਆ। ਇਸ ਬਾਰੇ ਅਸੀਂ ਅੱਜ ਡਿਸਕਸ਼ਨ ਜਿਹੜੀ ਆ ਵਿਸ਼ੇਸ਼ ਕਰਾਂਗੇ। ਮੋੜ ਸਾਹਿਬ, ਜੇ ਆਪਾਂ ਦੇਖੀਏ, ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆ ਵੀ BJP ਸਰਕਾਰ ਹਮੇਸ਼ਾ ਸੁਰਖੀਆਂ ਦੇ ਵਿੱਚ ਹੀ ਆ, ਅਤੇ ਕੋਈ ਵੀ ਕਾਨੂੰਨ ਇਹਨਾਂ ਵੱਲੋਂ ਲਿਆਂਦਾ ਗਿਆ ਜਾਂ ਕੋਈ ਪਾਲਿਸੀ ਜਿਹੜੀ ਆ ਉਹ ਲਿਆਂਦੇ ਗਏ ਆ, ਅਤੇ ਉਹ ਲੋਕਾਂ ਵੱਲੋਂ ਉਹਦਾ ਜਿਹੜੀ ਆ ਵਿਰੋਧਤਾ ਕੀਤੀ ਗਈ ਆ। ਉਹ ਤੁਹਾਡਾ ਹੁਣ ਜਿੱਦਾਂ ਅਗਨੀਪਥ ਬਾਰੇ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਚਾਨਣਾ ਪਾਇਓ ਵੀ ਇਹ ਕੀ ਪਾਲਿਸੀ ਹੈ, ਕੀ ਸਕੀਮ ਹੈਗੀ ਆ, ਯੋਜਨਾ ਕੀ ਆ, ਅਤੇ ਇਹਦਾ ਜਿਹੜੇ ਸਾਡੇ ਨੌਜਵਾਨ ਪੀੜ੍ਹੀ ਆ ਉਹਦੇ 'ਤੇ ਕੀ ਪ੍ਰਭਾਵ ਹੈ, ਅਤੇ ਸਾਡੇ ਜਿਹੜੇ ਨੌਜਵਾਨ ਨੇ ਇਹਦਾ ਵਿਰੋਧ ਕਿਉਂ ਕਰ ਰਹੇ ਨੇ। ਧਾਲੀਵਾਲ ਸਾਹਿਬ, BJP 2014 ਦੇ ਵਿੱਚ ਬੜੇ ਵਾਅਦੇ ਕਰਕੇ ਲੋਕਾਂ ਦੇ ਨਾਲ ਪਾਵਰ ਦੇ ਵਿੱਚ ਆਈ ਸੀ, ਅਤੇ ਉਦੋਂ ਬਾਅਦ 2019 ਦੇ ਵਿੱਚ ਦੁਬਾਰਾ ਇਹ ਪਾਵਰ 'ਚ ਆਏ ਨੇ। ਇਹਨਾਂ ਨੇ ਆਉਂਦੇ ਸਾਰ ਇੱਕ ਕਾਨੂੰਨ ਲੈ ਕੇ ਆਂਦਾ ਸੀ ਜਿਹਨੂੰ ਲੈਂਡ ਐਕੁਜੀਸ਼ਨ ਬਿੱਲ ਕਹਿੰਦੇ ਨੇ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਸੀ ਜ਼ਮੀਨ ਹੜੱਪੂ ਬਿੱਲ। ਉਸ ਬਿੱਲ ਦੇ ਮੁਤਾਬਕ ਜਿਹੜੀ ਜ਼ਮੀਨ ਹੈ ਕਿਸਾਨਾਂ ਦੀ, ਉਸ ਜ਼ਮੀਨ ਨੂੰ ਹੜੱਪਣ ਦਾ ਇਹਨਾਂ ਦਾ ਉਹ ਸੀ, ਪਰ ਉਹ ਕਾਨੂੰਨ ਇਹਨਾਂ ਨੂੰ 3 ਵਾਰ ਆਰਡੀਨੈਂਸ ਇਹਨਾਂ ਨੇ ਲੈ ਕੇ ਆਂਦਾ, 3 ਵਾਰ ਇਹਨਾਂ ਨੂੰ ਵਾਪਸ ਕਰਨਾ ਪਿਆ। ਉਸ ਤੋਂ ਬਾਅਦ ਲਗਾਤਾਰ ਕਦੇ ਇਹ CAA ਲੈ ਕੇ ਆਏ, ਕਦੇ ਇਹਨਾਂ ਨੇ 370 ਧਾਰਾ ਤੋੜੀ ਜਿਵੇਂ ਤੁਸੀਂ ਦੱਸ ਰਹੇ ਹੋ, ਅਤੇ ਕਦੇ ਇਹਨਾਂ ਨੇ ਨੋਟਬੰਦੀ ਲੈ ਕੇ ਆਂਦੀ, ਅਤੇ ਕਦੇ ਇਹਨਾਂ ਨੇ ਇਹ ਲੈ ਕੇ ਆਂਦਾ ਸਾਡੇ ਸਾਹਮਣੇ GST। ਜਿੰਨੀਆਂ ਵੀ ਸਕੀਮਾਂ ਇਹ ਲੈ ਕੇ ਆਏ ਨੇ, ਅਸਲ ਦੇ ਵਿੱਚ ਜਿਹੜੀ BJP ਸਰਕਾਰ ਹੈ, ਇਹ ਸਕੀਮਾਂ ਜਿੰਨੀਆਂ ਲੈ ਕੇ ਆਈ ਹੈ, ਇਹ ਸਾਰੀਆਂ ਸਕੀਮਾਂ ਕਾਰਪੋਰੇਟ ਦੇ ਪੱਖ ਦੇ ਵਿੱਚ ਲੈ ਕੇ ਆ ਰਹੀ ਹੈ, ਅਤੇ ਉਹਦੇ ਉੱਤੇ ਇਹਨਾਂ ਨੇ ਧਰਮ ਦਾ ਬੁਰਕਾ ਪਾਇਆ ਹੋਇਆ। ਇਹ ਕਹਿੰਦੇ ਨੇ ਕਿ ਅਸੀਂ ਰਾਮ ਭਗਤ ਹਾਂ, ਪਰ ਜਿਹੜੇ ਇਹ ਕੰਮ ਕਰ ਰਹੇ ਨੇ ਇਹ ਰਾਮ ਭਗਤ ਨਹੀਂ, ਇਹ ਰਾਵਣ ਭਗਤ ਨੇ। ਇਹਨਾਂ 'ਚ ਹੱਠ ਅਤੇ ਛਲ ਉਸੇ ਤਰ੍ਹਾਂ ਜਿਵੇਂ ਰਾਵਣ ਦੇ ਵਿੱਚ ਸੀ। ਜਿਵੇਂ ਰਾਵਣ ਨੇ ਛਲ ਦੇ ਨਾਲ, ਕਪਟ ਦੇ ਨਾਲ ਸੀਤਾ ਦਾ ਹਰਨ ਕੀਤਾ ਅਤੇ ਆਪਣਾ ਹੱਠ ਰੱਖੀ ਸੀਤਾ ਨੂੰ ਨਾ ਛੱਡਣ ਦੀ, ਉਹੀ ਹੱਠ ਅਤੇ ਕਪਟ ਇਹਨਾਂ ਦੇ ਮਨ ਦੇ ਵਿੱਚ ਅੱਜ ਵੀ ਹੈ। ਇਹ ਲਗਾਤਾਰ ਐਸੀਆਂ ਸਕੀਮਾਂ ਲੈ ਕੇ ਆ ਰਹੇ ਨੇ ਜਿਹਦੇ ਨਾਲ ਬੜੇ ਜਿਹੜੇ ਧਨੀ ਨੇ ਹਿੰਦੁਸਤਾਨ ਦੇ ਵਿੱਚ, ਜਿਹੜਾ ਕਾਰਪੋਰੇਟ ਸੈਕਟਰ ਹੈ, ਭਾਵੇਂ ਉਹ ਦੇਸ਼ੀ ਸੈਕਟਰ ਕਾਰਪੋਰੇਟ ਸੈਕਟਰ ਹੈ, ਭਾਵੇਂ ਵਿਦੇਸ਼ੀ ਕਾਰਪੋਰੇਟ ਸੈਕਟਰ ਹੈ, ਉਹਦੀ ਸੇਵਾ ਦੇ ਵਿੱਚ BJP ਲੱਗੀ ਹੋਈ ਹੈ, ਅਤੇ ਬੁਰਕਾ ਇਹਨਾਂ ਨੇ ਧਰਮ ਦਾ ਪਾਇਆ ਹੋਇਆ। ਅੱਜ ਇਹਨਾਂ ਨੇ ਇੱਕ ਨਵੀਂ ਸਕੀਮ ਲੈ ਕੇ ਆਏ ਨੇ ਜਿਹਨੂੰ ਅਗਨੀਪਥ ਸਕੀਮ ਕਹਿੰਦੇ ਨੇ। ਉਹਦੇ ਵਿੱਚ ਬੱਚਿਆਂ ਨੂੰ ਜਿਹੜਾ ਰੁਜ਼ਗਾਰ ਦੇਣਾ, ਨੌਜਵਾਨਾਂ ਨੂੰ ਫੌਜ ਦੇ ਵਿੱਚ, ਉਹ ਕਹਿੰਦੇ ਨੇ 4 ਸਾਲ ਲਈ ਅਸੀਂ ਰੁਜ਼ਗਾਰ ਦੇਵਾਂਗੇ। 17 ਸਾਲ ਦੀ ਉਮਰ ਦੇ ਵਿੱਚ ਫੌਜ ਦੇ ਵਿੱਚ ਬੱਚਿਆਂ ਨੂੰ ਭਰਤੀ ਕਰਨਾ, ਅਤੇ 21 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਰਿਟਾਇਰ ਕਰ ਦੇਣਾ 4 ਸਾਲਾਂ ਬਾਅਦ। ਫੌਜ ਦੇ ਵਿੱਚ ਮੋੜ ਸਾਹਿਬ, ਮੇਰਾ ਖਿਆਲ ਆ ਵੀ ਉਹਨਾਂ ਨੂੰ ਕੋਈ ਬੈਨੀਫਿਟ ਵੀ ਨਹੀਂ ਰਿਟਾਇਰਮੈਂਟ ਦੇ ਦੇਣੇ ਇਹਨਾਂ ਨੇ। ਹਾਂਜੀ, ਉਹ ਮੈਂ ਦੱਸ ਰਿਹਾ। ਹਾਂਜੀ, ਫੌਜ ਦੇ ਵਿੱਚ ਭਰਤੀ ਪਹਿਲਾਂ ਵੀ ਹੁੰਦੀ ਹੈ। ਜਿਹੜਾ ਸਿਪਾਹੀ ਫੌਜ ਦੇ ਵਿੱਚ ਭਰਤੀ ਹੁੰਦਾ ਉਹਦੀ 17 ਸਾਲ ਦੀ ਨੌਕਰੀ ਹੁੰਦੀ ਹੈ। ਜਿਹੜਾ ਸਿਪਾਹੀ ਤੋਂ ਅੱਗੇ ਲਾਂਸ ਨਾਇਕ ਬਣ ਜਾਂਦਾ ਉਹਦੀ 22 ਸਾਲ ਦੀ ਸਰਵਿਸ ਹੁੰਦੀ ਹੈ। ਜਿਹੜਾ ਅੱਗੇ ਹੌਲਦਾਰ ਬਣ ਜਾਂਦਾ ਉਹਦੀ 24 ਸਾਲ ਦੀ ਸਰਵਿਸ ਹੁੰਦੀ ਹੈ। ਜਿਹੜਾ ਅੱਗੇ ਸੂਬੇਦਾਰ ਬਣਦਾ ਉਹਦੀ 27 ਸਾਲ ਦੀ ਸਰਵਿਸ ਹੁੰਦੀ ਹੈ। ਉਦੋਂ ਬਾਅਦ ਉਹਨਾਂ ਨੂੰ ਰਿਟਾਇਰ ਕਰਦੇ ਨੇ। ਲੇਕਿਨ 15 ਸਾਲ ਦੀ ਸਰਵਿਸ ਤੋਂ ਬਾਅਦ ਕੋਈ ਵੀ ਆਪਣੀ ਰਿਟਾਇਰਮੈਂਟ ਲੈ ਸਕਦਾ। ਇਹ ਫੌਜ ਦੇ ਵਿੱਚ ਪਹਿਲਾਂ ਤੋਂ ਕਾਨੂੰਨ ਹੈ। ਹੁਣ ਜਿਹੜਾ ਇਹ ਲੈ ਕੇ ਆਏ ਨੇ, ਇਹ ਠੇਕੇ 'ਤੇ ਭਰਤੀ ਇਹਨਾਂ ਨੇ ਫੌਜ ਦੇ ਵਿੱਚ ਕਰਨੀ ਹੈ। ਠੇਕੇ 'ਤੇ ਭਰਤੀ BJP ਸਰਕਾਰ ਨੇ ਪਹਿਲਾਂ ਤੋਂ ਵਿਸ਼ਵ ਵਪਾਰ ਸੰਸਥਾ ਦੀਆਂ ਹਦਾਇਤਾਂ ਅਨੁਸਾਰ ਹਰ ਫੀਲਡ ਦੇ ਵਿੱਚ, ਭਾਵੇਂ ਬੈਂਕ ਹੋਣ, ਭਾਵੇਂ LIC ਹੋਵੇ, ਭਾਵੇਂ ਰੇਲਵੇ ਹੋਵੇ, ਭਾਵੇਂ ਹੈਲਥ ਸੈਕਟਰ ਹੋਵੇ, ਭਾਵੇਂ ਐਜੂਕੇਸ਼ਨ ਸੈਕਟਰ ਹੋਵੇ, ਹਰ ਜਗ੍ਹਾ 'ਤੇ ਇਹਨਾਂ ਨੇ ਠੇਕੇ 'ਤੇ ਭਰਤੀ ਪਹਿਲਾਂ ਤੋਂ ਸ਼ੁਰੂ ਕੀਤੀ ਹੋਈ ਹੈ ਧਾਲੀਵਾਲ ਸਾਹਿਬ। ਅਤੇ ਹੁਣ ਇਹਨਾਂ ਨੇ ਇੱਕ ਬਹੁਤ ਹੀ ਜਿਹੜਾ ਡਿਫੈਂਸ ਸੈਕਟਰ ਹੁੰਦਾ, ਬੜਾ ਸੈਂਸਿਟਿਵ ਹੁੰਦਾ, ਉਹਦੇ ਵਿੱਚ ਵੀ ਇਹਨਾਂ ਨੇ ਠੇਕੇ 'ਤੇ ਭਰਤੀ ਜਿਹੜੀ ਹੈਗੀ ਹੈ ਸ਼ੁਰੂ ਕੀਤੀ ਹੈ ਵੀ 4 ਸਾਲ ਬੱਚੇ ਨੂੰ ਨੌਕਰੀ ਦੇ ਵਿੱਚ ਰੱਖਣਾ।
ਉਸ ਤੋਂ ਬਾਅਦ ਉਹਨਾਂ ਨੂੰ ਅਸੀਂ +2 ਦੀ ਡਿਗਰੀ ਦੇਵਾਂਗੇ। ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ, ਸਾਰੇ ਲੋਕ ਸਮਝਦੇ ਨੇ, ਨੌਜਵਾਨ ਖਾਸ ਕਰਕੇ ਸਮਝਦੇ ਨੇ ਕਿ +2 ਦੀਆਂ ਸਟਰੀਮਸ ਹੁੰਦੀਆਂ ਨੇ, ਆਰਟਸ ਦੇ ਵਿੱਚ, ਕਮਰਸ ਦੇ ਵਿੱਚ, ਮੈਡੀਕਲ ਹੈ, ਨੌਨ ਮੈਡੀਕਲ ਹੈ, ਜਾਂ ਐਗਰੀਕਲਚਰ ਦੇ ਵਿੱਚ ਵੀ ਹੁੰਦੀ ਹੈ, ਹੋਮ ਸਾਇੰਸ ਦੇ ਵਿੱਚ ਵੀ। ਕਿਹੜੀ ਸਟਰੀਮ ਦੇ ਵਿੱਚ ਉਹਨਾਂ ਨੂੰ +2 ਦੀ ਇਹਨਾਂ ਨੇ ਜਿਹੜਾ ਹੈਗਾ ਸਰਟੀਫਿਕੇਟ ਦੇਣਾ, ਉਹ ਮਤਲਬ ਜਿਹੜਾ ਹੈਗਾ ਇਹ ਇਹਨਾਂ ਨੇ ਸਕੀਮ ਲੈ ਕੇ ਆਂਦੀ ਹੈ। +2 ਤੋਂ ਬਾਅਦ ਉਹ ਬੱਚਾ ਕਿੱਥੇ ਜਾਊਗਾ? ਹੁਣ ਉਸ ਵੈਸੇ ਤਾਂ ਦੇਖਿਆ ਜਾਵੇ ਮਤਲਬ ਮੌੜ ਸਾਹਿਬ ਵੀ ਕ੍ਰਾਈਮ ਇੰਨਾ ਵੱਧ ਰਿਹਾ ਕਿਉਂਕਿ ਅਨਐਮਪਲੋਇਮੈਂਟ ਬਹੁਤ ਜ਼ਿਆਦਾ। ਮੇਰਾ ਇਹ ਗੱਲ ਕਰਨ ਦਾ ਮਕਸਦ ਇਹ ਆ ਵੀ ਜਦੋਂ ਆਪਾਂ 4 ਸਾਲ ਬਾਅਦ ਜਿਹੜੇ ਸਾਡੇ ਬੱਚੇ ਨੇ ਫੌਜ ਦੇ ਵਿੱਚੋਂ ਰਿਟਾਇਰਮੈਂਟ ਸਮਝ ਲਓ ਜਾਂ ਉਸ ਤਰ੍ਹਾਂ ਘਰ ਆ ਜਾਣਗੇ, ਉਹ ਇੱਕ ਟ੍ਰੇਨਿੰਗ ਪ੍ਰਾਪਤ ਹੋਣਗੇ, ਟ੍ਰੇਨਡ ਬੱਚੇ ਹੋਣਗੇ ਆਰਮੀ ਦੇ। ਅਤੇ ਜਿਹੜੇ ਸਾਡੇ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਲੋਕ ਲੱਗੇ ਨੇ, ਜਿਹੜੇ ਸਾਡੇ ਇੰਡੀਆ ਦੇ ਜਿਹੜੇ ਦੇਸ਼ ਦੇ ਜਿਹੜੇ ਆ ਉਹ ਉਹਨੂੰ ਤੋੜਨਾ ਚਾਹੁੰਦੇ ਆ, ਉਹ ਉਹਨਾਂ ਦਾ ਬੈਨੀਫਿਟ ਲੈ ਸਕਦੇ ਆ। ਜਿਹੜੀ ਸਭ ਤੋਂ ਵੱਡੀ ਗੱਲ ਆ ਜਿਹੜੀ ਅਜੇ ਤੱਕ ਜਿਹਦੇ ਬਾਰੇ ਕਿਸੇ ਨੇ ਵਿਚਾਰ ਨਹੀਂ ਕੀਤਾ, ਜੇ ਆਪਾਂ ਲੋਟੇ ਸਾਹਿਬ ਆਪਾਂ ਗੱਲ ਦੇਖਦੇ ਆ ਨਾ, ਪਿਛਲੇ ਸਮੇਂ ਦੇ ਵਿੱਚ ਖਾੜਕੂਵਾਦ ਦੇ ਸੰਘਰਸ਼ ਦੇ ਵਿੱਚ ਵੀ ਮੈਕਸੀਮਮ ਜਿਹੜੇ ਫੌਜੀ ਸੀ, ਜਿਹੜੇ ਈਵਨ ਮਤਲਬ ਇਹ ਵੀ ਨਹੀਂ ਵੀ ਰਿਟਾਇਰ ਹੋ ਕੇ ਫੌਜ 'ਚੋਂ ਭਗੌੜੇ ਹੋ ਕੇ, ਕਿਉਂਕਿ ਟ੍ਰੇਨਡ ਸੀ, ਉਹਨਾਂ ਨੂੰ ਅਡੋਪਟ ਕਰ ਲਿਆ। ਅੱਛਾ, ਅਤੇ ਉਹ ਫੌਜ ਦੇ ਵਿੱਚ ਆ ਕੇ ਮਤਲਬ ਬੜਾ ਨੁਕਸਾਨ ਉਹਨਾਂ ਦਾ ਤਾਂ ਹੋਣਾ, ਉਹਨਾਂ ਨੇ ਕੀਤਾ ਵੀ। ਹੁਣ ਵੀ ਅੱਜ ਦੀ ਆਪਾਂ ਲੇਟੈਸਟ ਇੱਕ ਨਿਊਜ਼ ਦੇ ਦੇਖੀਏ ਨਾ, ਸਰਦਾਰ ਸ਼ੁਭਦੀਪ ਸਿੰਘ ਸਿੱਧੂ ਦਾ ਜਿਹੜਾ ਕਤਲ ਹੁੰਦਾ, ਉਹਦੇ 'ਚ ਵੀ ਮੇਨ ਭੂਮਿਕਾ ਜਿਹੜੀ ਆ ਇੱਕ ਫੌਜੀ ਦੀ ਦਰਸਾ ਰਿਹਾ। ਜੇ ਇਹ ਬੱਚੇ, ਕਿਉਂਕਿ ਜਦੋਂ ਅਨਐਮਪਲੋਇਮੈਂਟ ਹੁੰਦੀ ਆ, ਅਨਐਮਪਲੋਇਡ ਜਿਹੜਾ ਬੱਚਾ ਆ ਉਹ ਗਲਤ ਪਾਸੇ ਨੂੰ ਚੱਲਦਾ। ਈਵਨ ਮੂਸੇਵਾਲ ਦੇ ਉਸ ਦੇ ਵਿੱਚ ਵੀ ਉਹ ਫੌਜੀ ਦਾ ਇੱਕ ਜਿਹੜਾ ਮੇਜਰ ਰੋਲ ਆ ਰਿਹਾ ਉਹਨੂੰ ਮਾਰਨ ਦੇ ਵਿੱਚ, ਫੌਜੀ ਦਾ ਆ ਰਿਹਾ। ਜਿਹੜਾ ਹੌਸਲਾ ਵਰਤਿਆ ਗਿਆ ਉਹ ਆਮ ਬੰਦਾ ਨਹੀਂ ਕਰ ਸਕਦਾ। ਇਹਦੇ ਵਿੱਚ ਧਲੀਵਾਲ ਸਾਹਿਬ ਇਹ ਹੈ ਕਿ ਇਹ ਜਿਹੜੀ ਸਕੀਮ ਹੈ, ਇਹ ਕੋਈ ਵੀ ਸਕੀਮ ਵੈਸੇ ਤਾਂ ਬੀਜੇਪੀ ਅੱਜ ਤੱਕ ਜਿਹੜੀ ਲੈ ਕੇ ਆਈ ਹੈ, ਉਹਦੇ ਹਰੇਕ ਦੀ ਵਿਰੋਧਤਾ ਹੋਈ ਹੈ। ਭਾਵੇਂ ਖੇਤੀ ਵਿਰੋਧੀ ਬਿੱਲ ਸੀ, ਭਾਵੇਂ 4 ਲੇਬਰ ਕੋਡ ਲੈ ਕੇ ਆਏ ਨੇ, ਭਾਵੇਂ ਨੋਟਬੰਦੀ ਲੈ ਕੇ ਆਏ, ਭਾਵੇਂ GST ਲੈ ਕੇ ਆਏ ਹੈ, ਬਿਨਾਂ ਸੋਚੇ ਸਮਝੇ ਸਰਕਾਰੀਆਂ ਸਕੀਮਾਂ ਲੈ ਕੇ ਆਏ ਨੇ। ਉਹਦੇ ਨਾਲ ਦੇਸ਼ ਨੂੰ ਨੁਕਸਾਨ ਹੀ ਹੋਇਆ, ਕਿਸੇ ਸਕੀਮ ਨਾਲ ਫਾਇਦਾ ਨਹੀਂ ਹੋਇਆ। ਇਹ ਜਿਹੜੀ ਸਕੀਮ ਅਗਨੀਪਥ ਦੀ ਫੌਜ ਦੇ ਵਿੱਚ ਭਰਤੀ ਵਾਲੀ ਹੈ, ਇਹਦੇ ਨਾਲ ਡਿਫੈਂਸ ਦੇ ਵਿੱਚ ਜੇ ਇੱਕ ਫੌਜੀ ਹੈ, ਇੱਕ ਫੌਜੀ ਨੂੰ ਲੜਨ ਵਾਸਤੇ ਇੱਕ ਤਾਂ ਜਜ਼ਬਾ ਚਾਹੀਦਾ, ਉਹ ਨੌਜਵਾਨਾਂ 'ਚ ਹੁੰਦਾ। ਇੱਕ ਉਹਨਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਚਾਹੀਦੀ ਹੈ। ਇੱਕ ਉਹਨਾਂ ਨੂੰ ਜਿਹੜੀ ਉਸ ਇਲਾਕੇ ਦੀ ਜਿੱਥੇ ਉਹਨਾਂ ਨੇ ਜਾਣਾ ਉਹਦੀ ਜਾਣ ਪਹਿਚਾਣ ਕਰਾਈ ਜਾਂਦੀ ਹੈ, ਜਿੱਥੇ ਉਹਨੇ ਜਾ ਕੇ ਕੰਮ ਕਰਨਾ ਜੇ ਫੌਜ ਦੇ ਵਿੱਚ। ਇਹ 4 ਸਾਲ ਦਾ ਪੀਰੀਅਡ ਇੰਨਾ ਥੋੜ੍ਹਾ ਪੀਰੀਅਡ ਹੈ ਵੀ ਉਹ ਬੱਚਾ ਉੱਥੇ ਜਾ ਕੇ ਜਿਹੜਾ ਫੌਜੀ ਹੈ, ਜਜ਼ਬਾ ਉਹਦੇ ਕੋਲ ਰਹੂਗਾ, ਹਥਿਆਰਾਂ ਦੀ ਪੂਰੀ ਟ੍ਰੇਨਿੰਗ ਉਹਦੇ ਕੋਲ ਨਹੀਂ ਰਹੂਗੀ ਨਾ, ਅਤੇ ਨਾ ਉਹਦੇ ਕੋਲ ਜਿਹੜੀ ਉਸ ਇਲਾਕੇ ਦੀ ਪੂਰੀ ਵਾਕਫੀਅਤ ਰਹੂਗੀ, ਉੱਥੋਂ ਦੇ ਕਲਚਰ ਦੀ, ਹੋਰ ਸਾਰਾ ਕੁਛ ਉਹਦੇ ਕੋਲ ਨਹੀਂ ਰਹਿਣੀ। ਅਤੇ ਉਹ ਸਿਰਫ ਜਿਹੜੇ ਇਹ ਬੱਚੇ ਭਰਤੀ ਕੀਤੇ ਜਾ ਰਹੇ ਨੇ, ਇਹ ਮਰਨ ਵਾਸਤੇ ਭਰਤੀ ਕੀਤੇ ਜਾ ਰਹੇ ਆ। ਇਹਨਾਂ ਨੂੰ ਕਿਉਂਕਿ ਜਜ਼ਬੇ ਨਾਲ ਲੜਨਗੇ, ਮਰਨਗੇ, ਉਹਨਾਂ ਕੋਲ ਪੂਰੀ ਟ੍ਰੇਨਿੰਗ ਨਹੀਂ ਹੋਊ, ਉਹਨਾਂ ਕੋਲ ਉੱਥੋਂ ਦੇ ਲੋਕਲ ਕਲਚਰ ਦੀ ਸਮਝ ਨਹੀਂ ਹੋਊ, ਉੱਥੋਂ ਲੋਕਲ ਇਲਾਕੇ ਦੀ ਸਮਝ ਨਹੀਂ ਹੋਣੀ। ਅਤੇ ਜਿਹੜੇ ਇਹਨਾਂ ਨੇ ਇਹ ਵੀ ਕਹਿੰਦੇ ਨੇ ਵੀ 75% ਨੂੰ ਅਸੀਂ ਰਿਟਾਇਰ ਕਰ ਦਾਂਗੇ 4 ਸਾਲਾਂ ਬਾਅਦ, ਉਹਨਾਂ ਨੂੰ ਕੋਈ ਰਿਟਾਇਰਮੈਂਟ ਬੈਨੀਫਿਟ ਨਹੀਂ, ਨਾ ਉਹਨਾਂ ਦੀ ਪੈਨਸ਼ਨ ਹੈ, ਨਾ ਉਹਨਾਂ ਦੀ ਗ੍ਰੈਜੂਟੀ ਹੈ, ਨਾ ਉਹਨਾਂ ਦੀ ਛੁੱਟੀ ਹੈ, ਅਤੇ ਨਾ ਉਹਨਾਂ ਨੂੰ ਜਿਹੜੀ ਕੰਟੀਨ ਦੀ ਸੁਵਿਧਾ ਉਹ ਵੀ ਉਹਨਾਂ ਨੂੰ ਕੁਛ ਨਹੀਂ ਮਿਲਣਾ 4 ਸਾਲਾਂ ਬਾਅਦ। ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ 4 ਸਾਲਾਂ ਬਾਅਦ ਜਦੋਂ ਉਹ ਟ੍ਰੇਨਡ ਹੋਣਗੇ, ਟ੍ਰੇਨ ਹੋ ਕੇ ਹਥਿਆਰਾਂ ਦੀ ਉਹਨਾਂ ਨੂੰ ਪੂਰੀ ਟ੍ਰੇਨਿੰਗ ਹੋਊ। ਅਤੇ ਚਲੋ ਪੂਰੀ ਟ੍ਰੇਨਿੰਗ ਤਾਂ ਨਹੀਂ ਹੋਣੀ, ਪਰ ਜਿਹੜੀ ਇੱਥੇ ਜਿੰਨੀ ਕੁ ਗੈਂਗਸਟਰਸ ਨੂੰ ਟ੍ਰੇਨਿੰਗ ਚਾਹੀਦੀ ਹੈ ਉਨੀ ਉਹਨਾਂ ਕੋਲ ਹੋਊਗੀ। ਕਿਉਂਕਿ ਇੱਕ ਆਰਮੀ ਜਵਾਨ ਨੂੰ ਜਿੰਨੀ ਟ੍ਰੇਨਿੰਗ ਚਾਹੀਦੀ ਉਨੀ ਟ੍ਰੇਨਿੰਗ ਇਹਨਾਂ ਦੇਣੀ ਆ। ਲੋਟੇ ਸਾਹਿਬ ਜੇ ਆਪਾਂ ਦੇਖੀਏ ਵੀ ਇਹਨਾਂ ਨੂੰ ਮੇਰੇ ਖਿਆਲ 9 ਮਹੀਨੇ ਕਿੰਨਾ ਰੰਗਰੂਟੀ ਜਿਹੜੀ ਕਟਾਉਂਦੇ ਉਹਨਾਂ ਕੱਟਣੀ, ਉਸ ਸਮੇਂ ਦੇ ਵਿੱਚ ਕੱਟਣੀ ਆ। ਹੋਰ ਵੀ ਜੋ ਉਹਨਾਂ ਕੋਲ ਮਤਲਬ ਉਹਨਾਂ ਟ੍ਰੇਨਿੰਗ ਦਾ ਲੈਣਾ ਉਹ ਲੈ ਲੈਣਾ ਉਸ ਸਮੇਂ ਦੇ ਵਿੱਚ, ਪਰ ਉਹਨਾਂ ਨੂੰ ਟ੍ਰੇਨ ਕਰਕੇ ਛੱਡ ਦੇਣਾ ਵੀ ਤੁਸੀਂ ਭਾਵੇਂ ਦੇਸ਼ ਦੇ ਅਗੇਂਸਟ ਬਗਾਵਤ ਕਰੋ, ਭਾਵੇਂ ਕਿਸੇ ਕ੍ਰਿਮੀਨਲ ਐਕਟੀਵਿਟੀਜ਼ ਇਨਵੋਲਵ ਹੋ, ਹੈ ਨਾ। ਮਤਲਬ ਬਹੁਤ ਸਾਡਾ ਕਹਿਣ ਦਾ ਮਕਸਦ ਹੈ ਕਿ ਇਹ ਬਹੁਤ ਗਲਤ ਗੱਲ ਬੀਜੇਪੀ ਸਰਕਾਰ ਦੀ ਹੈ, ਸੈਂਟਰ ਸਰਕਾਰ ਦੀ ਹੈ ਵੀ ਇਸ ਤਰ੍ਹਾਂ ਦੀਆਂ ਪਾਲਿਸੀਜ਼ ਨਹੀਂ ਲਿਆਉਣੀਆਂ ਚਾਹੀਦੀਆਂ, ਇਸ ਤਰ੍ਹਾਂ ਦੀਆਂ ਯੋਜਨਾ ਜਿਹੜੀਆਂ ਸਭ ਗਲਤ ਗੱਲ ਤਾਂ ਇਹਦੇ ਵਿੱਚ ਇਹ ਸਭ ਤੋਂ ਵੱਡੀ ਇਹ ਹੋ ਰਹੀ ਹੈ ਕਿ ਫੌਜ ਦਾ ਰਾਜਨੀਤੀਕਰਨ ਹੋ ਰਿਹਾ। ਅੱਜ ਕੋਈ ਸਕੀਮ ਜਿਹੜੀ ਕੋਈ ਗੌਰਮੈਂਟ ਲੈ ਕੇ ਆਉਂਦੀ ਹੈ, ਕਿਉਂਕਿ ਸਾਡੇ ਸੰਵਿਧਾਨ ਦੇ 3 ਅੰਗ ਹੁੰਦੇ ਨੇ, ਇੱਕ ਕਾਨੂੰਨ ਘਾੜੇ, ਕਾਨੂੰਨ ਨੂੰ ਘੜਨ ਵਾਲੇ, ਇੱਕ ਕਾਨੂੰਨ ਨੂੰ ਲਾਗੂ ਕਰਨ ਵਾਲੇ ਸਾਡੀ ਐਗਜ਼ੀਕਿਊਟਿਵ, ਇੱਕ ਕਾਨੂੰਨ ਦੀ ਵਿਆਖਿਆ ਕਰਨ ਵਾਲੇ ਸਾਡੀ ਜੁਡੀਸ਼ਰੀ। ਹਾਂ ਬਿਲਕੁਲ। ਅੱਜ
ਜਿਹੜੇ ਫੌਜ ਦੇ ਸਾਡੇ ਜਰਨਲ ਨੇ ਉਹਨਾਂ ਨੂੰ ਇਸ ਡਿਫੈਂਸ ਦੇ ਵਿੱਚ ਇਹਨਾਂ ਨੇ ਪਾਇਆ ਹੈ ਤੇ ਉਹ ਕਾਨੂੰਨ ਦੀ ਉੱਥੇ ਜਾ ਕੇ ਵਿਆਖਿਆ ਵੀ ਕਰ ਰਹੇ ਨੇ ਤੇ ਨਾਲੇ ਇਹ ਕਹਿ ਰਹੇ ਨੇ ਵੀ ਕਾਨੂੰਨ ਅਸੀਂ ਲਾਗੂ ਕਰਾਂਗੇ। ਇਸ ਤਰ੍ਹਾਂ ਦੀ ਜਿਹੜੀ ਉਹਨਾਂ ਦਾ ਰਾਜਨੀਤੀਕਰਨ ਹੈ, ਇਸ ਤਰ੍ਹਾਂ ਦਾ ਬਿਲਕੁਲ ਫੌਜ ਦੇ ਅਧਿਕਾਰੀਆਂ ਦਾ ਕੀਤਾ ਜਾ ਰਿਹਾ ਜਿਹੜਾ ਨਹੀਂ ਕਰਨਾ ਚਾਹੀਦਾ। ਤੇ ਇਹਦੇ ਨਾਲ ਤੁਸੀਂ ਠੀਕ ਕਿਹਾ ਕਿ ਵੀ ਜਦੋਂ ਉਹ ਜਵਾਨ ਆਉਣਗੇ ਇੱਥੇ 4 ਸਾਲਾਂ ਬਾਅਦ 21 ਸਾਲ ਦੀ ਉਮਰ ਜਾਂ 22 ਸਾਲ ਦੀ ਉਮਰ ਕੀ ਹੁੰਦੀ ਹੈ ਉਸ ਉਮਰ ਦੇ ਵਿੱਚ ਉਹਨਾਂ ਦੀ ਸ਼ਾਦੀ ਵੀ ਨਹੀਂ ਹੋਈ। ਹਾਂ ਬਿਲਕੁਲ ਸ਼ਾਦੀ ਕਰਨੀ। ਤੁਸੀਂ ਇੱਕ ਹੋਰ ਦੇਖੋ ਮਤਲਬ ਲੋਟਸ ਸਾਹਿਬ ਆਪਾਂ ਦੇਖੀਏ ਨਾ, ਇੱਕ ਆਮ ਲੋਕਾਂ ਦੇ ਨਾਲ ਬਹੁਤ ਕੀ ਕਹਿੰਦੇ ਆ ਵੀ ਇੱਕ ਫਰਾਡ ਟਾਈਪ ਦੀ ਗੱਲ ਆ। ਹੁਣ ਬੱਚਾ ਭਰਤੀ ਹੋ ਗਿਆ 4 ਸਾਲ ਦੀ ਸਕੀਮ ਦੇ ਵਿੱਚ, ਉਹਦਾ ਰਿਸ਼ਤਾ ਹੋ ਜਾਂਦਾ। ਰਿਸ਼ਤਾ ਇਹ ਵੇਖ ਕੇ ਹੋਣਾ ਵੀ ਇਹ ਫੌਜ ਦਾ ਨੌਜਵਾਨ ਆ, ਫੌਜ ਭਰਤੀ ਹੈ, ਇਹਦੀ ਪੱਕੀ ਜੌਬ ਆ, ਇਹਨੂੰ ਸਾਰੇ ਬੈਨੀਫਿਟ ਮਿਲਣੇ ਆ। ਕਿਉਂਕਿ ਉਸ ਜਦੋਂ ਭਰਤੀ ਹੋਣਾ ਉਦੋਂ ਤੇ ਅਗਲੇ ਨੇ ਇਹੀ ਦੇਖਣਾ ਵੀ ਫੌਜ ਦੇ ਵਿੱਚ ਆ ਪਰਿਵਾਰ ਨੇ। ਪਰ ਜਦੋਂ 4 ਸਾਲ ਬਾਅਦ ਉਹਨੇ ਘਰ ਬਹਿ ਜਾਣਾ, ਉਹ ਜਿਹੜੇ ਡੋਮੈਸਟਿਕ ਜਿਹੜੇ ਆਪਣੇ ਮਤਲਬ ਜਿਹੜੇ ਮੈਟਰੀਮੋਨੀਅਲ ਕੇਸ ਆ ਉਹ ਬੜੇ ਵਧਣੇ ਆ, ਉਹਨਾਂ ਦੀ ਛੋਟ ਛੜਾਈ ਤੱਕ ਗੱਲ ਜਾਊ। ਇੱਕ ਇਹਦੇ 'ਚ ਧਾਲੀਵਾਲ ਸਾਹਿਬ ਇਹ ਹੈ ਕਿ ਇਹ ਬਾਰ-ਬਾਰ ਜਦੋਂ ਕਿਉਂਕਿ ਹਰ ਸਕੀਮ ਜਦੋਂ ਇਹ ਲੈ ਕੇ ਆਉਂਦੇ ਨੇ, ਜਦੋਂ ਨੋਟਬੰਦੀ ਵੀ ਲੈ ਕੇ ਆਏ, GST ਵੀ, ਜਦੋਂ ਲੋਕ ਇਹਨਾਂ ਨੂੰ ਸਵਾਲ ਕਰਦੇ ਨੇ ਉਸ ਗੱਲ ਨੂੰ ਮੰਨਦੇ ਨਹੀਂ। ਕਿਸਾਨਾਂ ਨੇ ਖੇਤੀ ਵਿਰੋਧੀ ਕਾਨੂੰਨਾਂ ਦਾ ਜਦੋਂ ਉਹ ਕੀਤਾ, ਫਿਰ ਇਹ ਡਿਫੈਂਸ 'ਚ ਪੈ ਜਾਂਦੇ ਨੇ। ਡਿਫੈਂਸ 'ਚ ਪੈ ਕੇ ਫਿਰ ਉਹਦੀਆਂ ਵਿਆਖਿਆਵਾਂ ਕਰਦੇ ਨੇ ਵੀ ਅਸੀਂ ਐਂ ਨਹੀਂ ਐਂ ਕਰਾਂਗੇ। ਇਹ ਕਹਿੰਦੇ ਨੇ 4 ਸਾਲ ਦੀ ਨੌਕਰੀ ਤੋਂ ਬਾਅਦ ਉਹਨਾਂ ਨੂੰ ਅਸੀਂ ਆਪਣੇ ਦਫ਼ਤਰਾਂ ਦੇ ਸਿਕਿਉਰਿਟੀ ਗਾਰਡ ਰੱਖਾਂਗੇ। BJP ਵਾਲੇ ਕਹਿੰਦੇ ਨੇ ਸਿਕਿਉਰਿਟੀ ਗਾਰਡ ਦੇ ਕੋਲ ਵੀ ਜਿਹੜੇ ਮਤਲਬ ਰਿਟਾਇਰਮੈਂਟ ਤੋਂ ਬਾਅਦ ਜਿਹੜੇ ਫੌਜੀ ਨੇ ਉਹ ਸਿਕਿਉਰਿਟੀ ਗਾਰਡ ਲੱਗਦੇ ਨੇ। ਹੁਣ 4 ਸਾਲ ਉਹ ਮਤਲਬ ਜੌਬ ਕਰਨ ਤੋਂ ਬਾਅਦ ਛੱਡ ਕੇ ਉਹਨਾਂ ਦਾ ਫਿਊਚਰ ਡਾਰਕ ਆ। ਤੇ ਹੁਣ ਜਿਹੜੇ ਜਿੰਨੇ ਕਾਰਪੋਰੇਟਸ ਨੇ, ਵੱਡੇ ਜਿਹੜੇ ਬਿਜ਼ਨਸਮੈਨ ਨੇ, ਵੱਡੇ ਘਰਾਣੇ ਨੇ, ਬਿਜ਼ਨਸ ਵਾਲੇ, ਉਹ ਕਹਿੰਦੇ ਨੇ ਵੀ ਅਸੀਂ ਇਹਨਾਂ ਨੂੰ ਜੌਬ ਦੇਵਾਂਗੇ ਜੇ ਜੌਬ ਉਹਨਾਂ ਕੋਲ ਹੈਗੀ ਹੈ ਜਾਂ ਉਹਨਾਂ ਨੇ ਜੌਬ ਦੇਣੀ ਹੈ। ਤੇ ਜਿਹੜੇ ਹੁਣ ਫੌਜ ਚੋਂ ਆ ਕੇ ਰਿਟਾਇਰ ਹੋਏ ਨੇ ਜਾਂ ਜਿਹੜੇ ਦੂਜੇ ਬੱਚੇ ਨੇ ਉਹਨਾਂ ਨੂੰ ਕਿੰਨੀਆਂ ਕੁ ਜੌਬ ਦਿੰਦੇ। ਅਨਐਮਪਲੋਇਮੈਂਟ ਇੰਨੀ ਜ਼ਿਆਦਾ ਹਿੰਦੁਸਤਾਨ 'ਚ ਵਧੀ ਹੋਈ ਹੈ ਕਿ ਇੱਥੇ ਜਿਹੜੇ ਬੱਚੇ PhD ਕਰਦੇ ਨੇ, PhD ਕਰਨ ਲਈ 21 ਇਅਰਸ ਦੀ ਸਟੱਡੀ ਚਾਹੀਦੀ ਹੈ। 21 ਸਾਲ 21 ਜਮਾਤਾਂ ਉਹਨੂੰ ਪਾਸ ਕਰਨੀਆਂ ਪੈਂਦੀਆਂ ਨੇ ਤਾਂ ਉਹਦੀ PhD ਹੁੰਦੀ ਹੈ। PhD ਕਰਨ ਤੋਂ ਬਾਅਦ ਉਹਨੂੰ 15,000 ਰੁਪਏ ਦੀ ਜੌਬ ਮਿਲ ਰਹੀ ਹੈ। ਇਸੇ ਕਰਕੇ ਸਾਡੇ ਬੱਚੇ ਬਾਹਰ ਭੱਜ ਰਹੇ ਆ। ਜਿਹੜੇ ਬੱਚੇ ਸਾਡੇ ਬਾਹਰ ਜਾ ਕੇ ਸੈਟਲ ਮਤਲਬ ਪੜ੍ਹਨ ਜਾਂਦੇ ਆ। ਮੌੜ ਸਾਹਿਬ ਜੇ ਆਪਾਂ ਇੱਕ ਗੱਲ ਦੇਖੀਏ ਨਾ ਲੋਟੇ ਸਾਹਿਬ, ਜਿਹੜੀ ਕਰੀਮ ਆ, ਜਿਹੜੇ ਇੰਟੈਲੀਜੈਂਟ ਆ, ਉਹ ਸਾਰੇ ਹੀ ਬੱਚੇ ਬਾਹਰ ਨਿਕਲ ਗਏ। ਹਾਂ ਬਿਲਕੁਲ। ਆਈਲੈਟ ਪਾਸ ਕਰਦੇ ਜਿਨ੍ਹਾਂ ਨੇ ਮਤਲਬ ਬੈਂਡ ਚੰਗੇ ਆਉਂਦੇ ਨੇ, ਜਿਹੜੇ ਵਿਚਾਰੇ ਨਹੀਂ ਕਰ ਸਕਦੇ ਉਹ ਰਹਿ ਗਏ ਨੇ ਡਾਕਟਰ ਬਣਨ ਨੂੰ, ਸਾਡੇ ਦੇ ਇੰਜੀਨੀਅਰ ਬਣਨ ਨੂੰ। ਕੱਲ੍ਹ ਨੂੰ ਆਪਾਂ ਕਹਾਂਗੇ ਆ ਪੁਲ ਟੁੱਟ ਜਾਂਦੇ ਆ ਜਾਂ ਆਪਰੇਸ਼ਨ ਗਲਤ ਹੁੰਦੇ ਆ ਜਾਂ ਇਲਾਜ ਸਾਨੂੰ ਮਤਲਬ ਜਿਹੜੀ ਸੁਵਿਧਾ ਸਹੀ ਨਹੀਂ ਮਿਲਦੀ, ਉਹ ਕਿੱਦਾਂ ਉਹਦਾ ਕੀ ਕਾਰਨ ਹੈ ਉਹਦੇ ਪਿੱਛੇ? ਮੇਨ ਕਾਰਨ ਤਾਂ ਇਹ ਸਾਡੇ ਜਿਹੜਾ ਇੰਟੈਲੀਜੈਂਸ ਜਿਹੜੀ ਸਾਡੀ ਕਰੀਮ ਆ ਉਹ ਸਾਰੀ ਬਾਹਰ ਨਿਕਲ ਗਈ, ਉਹ ਛਾਣ ਕੇ ਬਾਹਰਲੇ ਦੇਸ਼ ਲੈ ਗਏ। ਬਿਲਕੁਲ ਜਿਨ੍ਹਾਂ ਨੇ ਦੇਸ਼ ਨੂੰ ਚਲਾਉਣਾ ਇਹ ਸਾਡੇ ਜਿਹੜੇ ਸਰਕਾਰਾਂ ਨੇ, ਜਿਹੜੇ ਪੋਲੀਟੀਸ਼ੀਅਨ ਨੇ, ਉਹ ਤੇ ਚਾਹੁੰਦੇ ਆ ਕਿ ਸਾਡੇ ਐਜੂਕੇਸ਼ਨ ਪੂਰੀ ਪ੍ਰਾਪਰ ਨਾ ਹੋਵੇ, ਲੋਕਾਂ ਨੂੰ ਨਾ। ਅਸਲ 'ਚ ਜੋ BJP ਦੀ ਸਰਕਾਰ ਇਸ ਵੇਲੇ RSS ਦੀ ਅਗਵਾਈ ਦੇ ਵਿੱਚ ਇਹ ਸਰਕਾਰ ਬਣੀ ਹੋਈ ਆ, ਆਪਾਂ ਨੂੰ ਪਤਾ ਹਿੰਦੂਤਵ ਦਾ ਏਜੰਡਾ ਲੈ ਕੇ ਆਏ ਹੋਏ ਨੇ ਉਹ। ਤੇ ਉਹ ਜਿੰਨਾ ਇਹ ਸਾਰਾ ਕੁਝ ਕਰ ਰਹੇ ਨੇ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਕਾਰਪੋਰੇਟ ਸੈਕਟਰ ਨੂੰ ਬੜਾਵਾ ਦੇਣ ਵਾਸਤੇ ਕਰ ਰਹੇ ਨੇ। ਹੁਣ ਕਾਰਪੋਰੇਟਸ ਵਾਲੇ ਕਹਿੰਦੇ ਨੇ ਆਪਣੇ ਮੋਗੇ ਦੇ ਵਿੱਚ ਇੱਕ ਸੀਲੋ ਹੈ ਉਹਦਾ ਬਣਾਇਆ ਹੋਇਆ ਅਡਾਨੀ ਦਾ। ਜਦੋਂ ਪਿੱਛੇ ਕਿਸਾਨਾਂ ਦੀ ਮੂਵਮੈਂਟ ਚੱਲ ਰਹੀ ਸੀ ਤਾਂ ਉਹਨਾਂ ਨੇ ਉੱਥੇ ਮੋਗੇ ਦਾ ਸੀਲੋ ਬੰਦ ਕਰਤਾ ਕਿਸਾਨਾਂ ਨੇ। ਕੱਲ੍ਹ ਨੂੰ ਉਹ ਜਿਹੜੇ ਇਹ ਫੌਜ ਦੇ ਵਿੱਚੋਂ 4 ਸਾਲਾਂ ਦੀ ਟ੍ਰੇਨਿੰਗ ਲਾ ਕੇ ਬੱਚੇ ਆਏ ਹੋਏ ਨੇ, ਉਹਨਾਂ ਨੂੰ ਉੱਥੇ ਟ੍ਰੇਨਿੰਗ ਦੇ ਕੇ ਉੱਥੇ ਉਹਨਾਂ ਨੇ ਜੌਬ 'ਤੇ ਜਦੋਂ ਦੇਣਾ ਹੈ ਤਾਂ ਇਹ ਟਕਰਾਅ ਇੱਕ ਪੈਦਾ ਇਹਨਾਂ ਨੇ ਕਰਨਾ ਹੈ ਉਹਨਾਂ ਜਵਾਨਾਂ ਦੇ ਵਿੱਚ ਅਤੇ ਕਿਸਾਨਾਂ ਦੇ ਵਿੱਚ ਜਾਂ ਸਮਾਜ ਦੇ ਹੋਰ ਸੈਕਸ਼ਨਸ ਦੇ ਵਿੱਚ ਇੱਕ ਟਕਰਾਅ ਪੈਦਾ ਹੋਊਗਾ। ਇਹ ਜਿਹੜੀ ਇਹਨਾਂ ਦੀ ਪਹਿਲਾਂ ਤੋਂ ਨੀਤੀ ਹੈ ਵੀ ਟਕਰਾਅ ਦੀ ਨੀਤੀ, ਕਦੇ ਹਿੰਦੂ ਮੁਸਲਮਾਨ ਦੀ, ਕਦੇ ਗਊ ਰਕਸ਼ਾ ਦੇ ਨਾਂ 'ਤੇ, ਕਦੇ ਧਰਮ ਦੇ ਨਾਂ 'ਤੇ, ਕਦੇ ਰਾਮ ਮੰਦਰ ਦੇ ਨਾਂ 'ਤੇ, ਇਹ ਕਦੇ CAA ਦੇ ਨਾਂ 'ਤੇ, ਜਿਹੜਾ ਉਹ ਸਿਟੀਜ਼ਨ ਐਕਟ ਇਹਨਾਂ ਨੇ ਬਣਾਇਆ ਸੀ ਉਹਦੇ ਨਾਂ 'ਤੇ, ਇਹ ਜਿਹੜਾ ਬਣਾਇਆ ਕਦੇ 370 ਧਾਰਾ ਦੇ ਨਾਂ 'ਤੇ। ਇਹ ਜਿਹੜਾ ਸਾਰਾ ਕੁਝ ਟਕਰਾਓ ਦੀ ਨੀਤੀ ਪੈਦਾ ਕਰਕੇ ਆਪਣੀ ਵੋਟਾਂ ਨੂੰ ਇਹ ਉਹਨਾਂ ਦਾ ਧਰੂਵੀਕਰਨ ਕਰ ਰਹੇ ਨੇ ਤਾਂ ਕਿ ਅਸੀਂ ਹਿੰਦੂਤਵ ਦੀਆਂ ਵੋਟਾਂ ਜਿਹੜੀਆਂ ਹੈਗੀਆਂ ਉੱਥੇ ਇਕੱਠੇ ਕਰ ਲਈਏ। ਪਰ ਲੋਕ ਜ਼ਿਆਦਾ ਦੇਰ ਇਹਨਾਂ ਗੱਲਾਂ ਨੂੰ ਟੋਲਰੇਟ ਨਹੀਂ ਕਰਨਗੇ। ਲੋਕਾਂ ਨੂੰ ਮੌੜ ਸਾਹਿਬ ਤੁਸੀਂ ਸੰਗਰੂਰ ਦੀ ਉਦਾਹਰਨ ਲੈ ਲਓ। ਆਪਾਂ ਇੱਕ ਮਤਲਬ ਲੜ ਸਾਹਿਬ ਦੇਖੀਏ, ਸੰਗਰੂਰ ਦੇ ਵਿੱਚ 3 ਮਹੀਨੇ ਹੋਏ ਆ ਸਰਕਾਰ, ਆਮ ਆਦਮੀ ਪਾਰਟੀ ਸਰਕਾਰ ਬਣੀ ਨੂੰ, 9 MLA ਉਹਨਾਂ ਦੇ ਜਿੱਤੇ ਨੇ।
ਸਾਡੇ ਜਿਹੜੇ 9 ਕੰਸਟੀਟਿਊਂਸੀ 'ਚ ਆਪ ਦੇ ਮਤਲਬ ਹਾਂ, ਆਮ ਆਦਮੀ MLA ਪਾਰਟੀ ਦੇ ਸੀਗੇ ਹਾਂ। ਤੇ ਮਤਲਬ ਸਰਦਾਰ ਭਗਵੰਤ ਸਿੰਘ ਮਾਨ ਉੱਥੋਂ ਦੇ MP ਰਹੇ ਆ ਹੈ, ਉਹਨਾਂ ਨੇ ਅਸਤੀਫਾ ਦਿੱਤਾ, ਉਹੀ ਇਲੈਕਸ਼ਨ ਹੋਈ ਹੈ। ਉਹਦੇ ਬਾਵਜੂਦ ਸਾਹਿਬ ਸਿਮਰਜੀਤ ਸਿੰਘ ਮਾਨ ਜਿਹੜੇ ਆ ਉਹ ਮਤਲਬ ਉਹਨੂੰ ਹਰਾ ਕੇ ਆਮ ਆਦਮੀ ਪਾਰਟੀ ਨੂੰ MP ਬਣ ਗਏ ਨੇ। ਇਸ ਕਰਕੇ ਸਾਡਾ ਕਹਿਣ ਦਾ ਮਤਲਬ ਆ ਵੀ ਜਿਹੜੀ BJP ਆ ਪਾਰਟੀ ਆ, ਸਰਕਾਰ ਆ, ਜਿਹੜੀ ਰੂਲਿੰਗ ਪਾਰਟੀ ਆ, ਇਹਨੂੰ ਸਮਝ ਲੈਣਾ ਚਾਹੀਦਾ ਵੀ ਜਿਹੜੇ ਲੋਕ ਨੇ ਹੁਣ ਪਿਛਲੇ ਲੋਕ ਨਹੀਂ, ਲੋਕ ਸਿਆਣੇ ਆ, ਇਹ ਵੋਟ ਦੇ ਉੱਤੇ ਚੋਟ ਜ਼ਰੂਰ ਮਾਰਨਗੇ। ਇਹ ਹੁਣ ਤੁਸੀਂ ਠੀਕ ਉਦਾਹਰਨ ਦਿੱਤੀ ਹੈ। ਇਹ ਜਿਹੜੇ ਅੱਜ ਇਲੈਕਸ਼ਨ ਹੋਏ ਨੇ, ਇਹਨਾਂ ਇਲੈਕਸ਼ਨਾਂ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਆਪ ਦੇ ਉਸ ਨੂੰ ਜਿਹਦੇ 9 ਦੀਆਂ 9 ਕੰਸਟੀਟਿਊਂਸੀਆਂ ਦੇ ਵਿੱਚ MLA ਉਹਦੇ ਸੀ, ਭਗਵੰਤ ਮਾਨ ਉੱਥੋਂ MP ਸੀ, ਫਿਰ ਵੀ ਜਿਹੜੀ ਆਪ ਹੈ ਉੱਥੇ ਇਲੈਕਸ਼ਨ ਹਾਰ ਗਈ। ਉਹਦਾ ਕਾਰਨ ਕੀ ਹੈ ਵੀ ਅਸੀਂ ਬਹੁਤ ਸਾਰੇ ਇਸ ਤਰ੍ਹਾਂ ਦੇ ਵਾਅਦੇ ਕਰ ਲੈਂਦੇ ਹਾਂ ਵੀ ਜਿਵੇਂ ਇਹਨਾਂ ਨੇ ਕਿਹਾ ਇਲੈਕਸ਼ਨਾਂ ਦੇ ਵਿੱਚ, ਅਸੈਂਬਲੀ ਇਲੈਕਸ਼ਨਾਂ 'ਚ ਵੀ ਹਰ ਔਰਤ ਨੂੰ 1000 ਰੁਪਏ ਮਹੀਨਾ ਅਸੀਂ ਦੇਵਾਂਗੇ, ਬਿਜਲੀ ਕਰਾਂਗੇ, ਤੇ ਅਸੀਂ ਜਿਹੜੇ ਬਿਜਲੀ ਦੇ ਬਿੱਲ ਨੇ 300 ਯੂਨਿਟ ਤੱਕ ਅਸੀਂ ਮਾਫ ਕਰਾਂਗੇ, ਤੇ ਹੋਰ ਇਹਨਾਂ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਵਾਅਦੇ ਕੀਤੇ ਹੈ। ਉਹਨਾਂ 'ਚੋਂ ਵਾਅਦਾ ਇੱਕ ਵੀ ਇਹਨਾਂ ਨੇ ਪੂਰਾ ਨਹੀਂ ਕੀਤਾ। ਅਸਲ ਦੇ ਵਿੱਚ ਲੋਕਾਂ ਨੂੰ ਇਹ ਫ੍ਰੀ ਵਾਈਜ਼ ਦੇਣਾ ਚਾਹੁੰਦੇ ਨੇ, ਫ੍ਰੀ ਵਾਈਜ਼ ਦੇ ਨਾਂ ਦੇ ਉੱਤੇ ਵੋਟਾਂ ਲੁੱਟਣਾ ਚਾਹੁੰਦੇ ਨੇ। ਲੋਕਾਂ ਨੂੰ ਇਹ ਨਹੀਂ ਕਹਿੰਦੇ ਵੀ ਅਸੀਂ ਤੁਹਾਨੂੰ ਰੁਜ਼ਗਾਰ ਦੇਵਾਂਗੇ, ਲੋਕਾਂ ਨੂੰ ਇਹ ਨਹੀਂ ਕਹਿੰਦੇ ਵੀ ਤੁਹਾਨੂੰ ਅਸੀਂ ਬੁਢਾਪੇ ਦੀ ਗਰੰਟੀ ਦੇਵਾਂਗੇ, ਲੋਕਾਂ ਨੂੰ ਇਹ ਨਹੀਂ ਕਹਿੰਦੇ ਵੀ ਤੁਹਾਨੂੰ ਸਿਹਤ ਸਹੂਲਤਾਂ ਜਿਹੜੀਆਂ ਹੈਗੀਆਂ ਨੇ ਅਫੋਰਡੇਬਲ ਰੇਟਸ 'ਤੇ ਦੇਵਾਂਗੇ, ਲੋਕਾਂ ਨੂੰ ਇਹ ਨਹੀਂ ਕਹਿੰਦੇ ਵੀ ਤੁਹਾਨੂੰ ਐਜੂਕੇਸ਼ਨ ਅਫੋਰਡੇਬਲ ਜਿਹੜੀ ਹੈਗੀ ਆ ਉਹ ਮਿਲੇਗੀ। ਜਿਹੜੀਆਂ ਲੋਕਾਂ ਦੀਆਂ ਮੁੱਖ ਲੋੜਾਂ ਨੇ ਉਹ ਹੈ ਐਜੂਕੇਸ਼ਨ, ਹੈਲਥ ਕੇਅਰ, ਰੁਜ਼ਗਾਰ ਤੇ ਬੁਢਾਪੇ ਦੀ ਗਰੰਟੀ। ਇਹ ਉਹਨਾਂ ਦੀਆਂ ਮਤਲਬ ਜਿਹੜੀਆਂ ਮੁੱਖ ਲੋੜਾਂ ਨੇ, ਉਹਨਾਂ ਦੇ ਪਾਸੇ ਹਟ ਕੇ ਉਹ ਕਦੇ ਕਹਿੰਦੇ ਨੇ ਵੀ 5 ਕਿਲੋ ਅਨਾਜ ਦੇਵਾਂਗੇ, ਕਦੇ ਕਹਿੰਦੇ ਨੇ 1000 ਰੁਪਏ ਦੇਵਾਂਗੇ, ਕਦੇ ਕਹਿੰਦੇ ਨੇ ਬਿਜਲੀ ਦੇ ਯੂਨਿਟ ਇੰਨੇ ਜਿਹੜੇ ਹੈਗੇ। ਸਾਹਿਬ ਸਾਡੇ ਜਿਹੜੇ ਦਰਸ਼ਕ ਆ, ਜਿਹੜੇ ਵੋਟਰ ਨੇ ਬਹੁਤ ਸਿਆਣੇ ਨੇ, ਉਹਨਾਂ 3 ਮਹੀਨਿਆਂ ਦੇ ਵਿੱਚ ਸ਼ੀਸ਼ਾ ਦਿਖਾ ਦਿੱਤਾ ਆਮ ਆਦਮੀ ਪਾਰਟੀ ਨੂੰ। ਬਿਲਕੁਲ ਕਿਉਂਕਿ ਜਿਹੜਾ ਇਹਨਾਂ ਨੇ ਇਮੋਸ਼ਨਲ ਬਲੈਕਮੇਲ ਕੀਤਾ ਲੋਕਾਂ ਨੂੰ। ਜੇ ਆਪਾਂ ਦੇਖੀਏ, ਆਪਾਂ ਅੱਜ ਨਹੀਂ ਕਹਿੰਦੇ ਵੀ ਅੱਜ ਸੰਗਰੂਰ ਦੀ ਸੀਟ ਜਿੱਤੀ ਗਈ ਤੇ ਆਪਾਂ ਇਹ ਗੱਲ ਕਰੀਏ, ਆਪਾਂ ਪਹਿਲਾਂ ਤੋਂ ਇਹ ਗੱਲ ਕਰਦੇ ਹਾਂ। ਲੋਕਾਂ ਨੂੰ ਕਿਹਾ, ਜਦੋਂ ਇਲੈਕਸ਼ਨ ਹੋਣੀ ਸੀ ਉਦੋਂ ਇੱਕ ਵਾਰ ਨਹੀਂ ਕਿਹਾ ਵੀ ਤੁਹਾਨੂੰ ਜਿਹੜੇ 300 ਯੂਨਿਟ ਦੇਣੇ ਨੇ ਉਹ ਕਿਸ ਤਰ੍ਹਾਂ ਦੇਣੇ ਆ, ਵੀ ਜੇ 600 ਤੋਂ ਵੱਧ ਜਾਂਦੇ ਨੇ ਤੇ ਫਿਰ ਤੁਹਾਨੂੰ ਸਾਰੇ ਦਾ ਬਿੱਲ ਦੇਣਾ ਪਊ। ਕਿਤੇ ਇਹਨਾਂ ਦਾ ਕੋਈ ਵਾਅਦਾ ਨਹੀਂ ਸੀ। ਇਮੋਸ਼ਨਲ ਬਲੈਕਮੇਲਿੰਗ ਨਾਲ ਵੋਟਾਂ ਲਈਆਂ ਲੋਕਾਂ ਕੋਲ ਹਰ ਇੱਕ, ਕਿਉਂਕਿ ਜਿਹੜਾ ਮਤਲਬ ਲੋਹ ਤਬਕਾ ਆ ਉਹੀ ਵੋਟ ਮੈਕਸੀਮਮ ਪੋਲ ਕਰਦਾ, ਤੇ ਉਹਨਾਂ ਸਾਰਿਆਂ ਨੂੰ ਸੀ ਵੀ ਆਹ ਹੋਊਗਾ। ਪਰ ਇਹਨਾਂ ਨੇ ਐਂਡ ਦੇ ਜਦੋਂ ਉਹਨਾਂ ਨੂੰ ਉਹ ਜਿਹੜੀ ਲਾਗੂ ਕਰਨੀ ਜੀ, ਉਦੋਂ ਕਹਿਤਾ ਨਹੀਂ ਜੀ, ਜਿਹੜਾ 300 ਯੂਨਿਟ ਤੱਕ ਬਾਲੂਗਾ ਮੰਥਲੀ ਉਹਦਾ ਫ੍ਰੀ ਹੋਊ, ਜੇ ਉਸ ਤੋਂ ਵਧੂਗਾ ਤਾਂ ਫਿਰ ਆਪਾਂ ਬਿੱਲ ਜਿਹੜਾ ਵਾ ਉਹ ਸਾਰੇ ਦਾ ਬਿੱਲ ਲਵਾਂਗੇ। ਅਸਲ 'ਚ ਇਹਨਾਂ ਨੇ ਇੱਕ ਰਿਕੁਐਸਟ ਕੀਤੀ ਹੈ, ਸਾਨੂੰ ਇੱਕ ਵਾਰ ਮੌਕਾ ਦਿਓ, ਇੱਕ ਵਾਰ ਮੌਕਾ ਦਿਓ। ਬੇਸਿਕਲੀ ਉਹ ਨਹੀਂ ਸਮਝ ਆਈ। ਹੁਣ ਲੋੜੇ ਸਾਹਿਬ ਸਮਝਣ ਦੀ ਗੱਲ ਤਾਂ ਇਹ ਹੈ ਵੀ 3 ਮਹੀਨਿਆਂ 'ਚ ਸ਼ੀਸ਼ਾ ਦਿਖਾਤਾ ਲੋਕਾਂ ਨੇ, ਵੋਟਰਾਂ ਨੇ। ਹੁਣ ਜਿਹੜਾ ਆਉਣ ਵਾਲਾ ਸਮਾਂ ਆ ਉਹਦੇ ਵਿੱਚ ਜੇ ਤੇ ਇਹ ਵਾਅਦੇ ਪੂਰੇ ਕਰਨਗੇ, ਸਾਰੇ ਇਨ ਬਿਨ ਜੋ ਇਹਨਾਂ ਨੇ ਕੀਤਾ ਉਹ ਕਰਨਗੇ, ਸਹੀ ਤਰੀਕੇ ਨਾਲ ਚੱਲਣ, ਕਿਉਂ ਸਰਕਾਰ ਲੋਕਾਂ ਦੀ ਲੋਕਾਂ ਵਾਸਤੇ ਬਣਦੀ ਆ। ਜੇ ਤੇ ਇਹ ਪ੍ਰੂਵ ਲੋਕਾਂ ਵਾਸਤੇ ਹੋ ਜੂ, ਲੋਕਾਂ ਨੇ ਤੇ ਬਣਾਤੀ, ਜੇ ਲੋਕਾਂ ਵਾਸਤੇ ਹੋ ਜੂ ਅਪਰੂਵ ਵੀ ਲੋਕਾਂ ਦੀ ਵਾਕਿਆ ਲੋਕਾਂ ਦੇ ਹਿੱਤ 'ਚ ਕੰਮ ਕਰਦੇ ਆ ਤੇ ਲੋਕ ਗਾਂ ਵੋਟ ਪਾ ਦੇਣਗੇ। ਇਹੀ ਹਾਲ ਅਸੀਂ ਕਹਿੰਦੇ ਆ ਵੀ ਜਿਸ ਤਰ੍ਹਾਂ ਮੌੜ ਸਾਹਿਬ ਨਾਲ ਗੱਲ ਚੱਲਦੀ ਸੀ ਵੀ ਜਿਹੜਾ ਵੀ ਇਹਨਾਂ ਨੇ ਕਾਨੂੰਨ ਲਿਆਂਦਾ ਉਹਦੀ ਵਿਰੋਧਤਾ ਹੋਈ, ਕਿ ਜੇ ਲੋਕ ਚਾਹੁੰਦੇ ਨਹੀਂ ਆ ਵੀ ਮਤਲਬ ਸਾਡੇ 'ਤੇ ਕੋਈ ਜੋਰਾ ਜਬਰੀ ਜਿਹੜਾ ਵਾ ਉਹ ਥੋਪੀ ਜਾਵੇ ਕੋਈ ਚੀਜ਼। ਹੁਣ ਇੱਕ ਡਿਫੈਂਸ ਇੱਕ ਇਹੋ ਜਿਹਾ ਮਹਿਕਮਾ ਵਾ ਜਿਹਦੇ ਨਾਲ ਸਾਡਾ ਜਿਹੜਾ ਵਾ ਸਾਡੇ ਮਤਲਬ ਜਿਹੜੀ ਸਿਕਿਉਰਿਟੀ ਨਾਲ ਲਿੰਕਡ ਹੈਗੀ ਆ ਵੀ ਦੇਸ਼ ਦੀ ਨਾਲ, ਜਿਹੜੇ ਨੌਜਵਾਨ ਜਿਹੜੇ ਬੱਚੇ ਨੇ ਜਿਨ੍ਹਾਂ ਨੇ ਪਹਿਰਾ ਦੇਣਾ ਵਾ ਬਾਰਡਰ ਦੇ ਉੱਤੇ, ਉਹਨਾਂ ਨੇ ਹਰ ਇੱਕ ਤਰ੍ਹਾਂ ਦੀ ਕ੍ਰਿਮੀਨਲ ਐਕਟੀਵਿਟੀ ਉੱਥੋਂ ਰੋਕਣੀ ਆ, ਤੇ ਦੇਸ਼ ਦੂਜੇ ਨੇ ਜਿਹੜੀ ਸਰਹੱਦ ਆ ਉਹਦੀ ਰਾਖੀ ਵੀ ਇਹਨਾਂ ਨੇ ਕਰਨੀ ਆ ਵੀ ਕੋਈ ਅਟੈਕ ਨਾ ਕਰੇ ਜਾਂ ਉਹਦਾ ਬਚਾਓ ਕਰਨਾ ਜਾਂ ਕਿਸ ਤਰ੍ਹਾਂ। ਹਾਂਜੀ, ਅੱਛਾ, ਜਿਹਨੂੰ ਪਤਾ ਵੀ ਮੈਂ ਤੇ ਸਰ ਦਿਨਾਂ ਦਾ ਪ੍ਰਾਹੁਣਾ ਇੱਥੇ 4 ਦਿਨ, ਮੈਂ ਮਤਲਬ 4 ਸਾਲ ਆ, ਬਸ 4 ਸਾਲ ਤੇ 9 ਮਹੀਨੇ ਗਲੂਟੀ 'ਚ ਸਾਲ ਲੰਘਿਆ, ਉਸ ਤੋਂ ਬਾਅਦ 3 ਸਾਲ ਹੋਰ ਲੰਘ ਜਾਣੇ ਆ। ਉਹ ਕਿੱਦਾਂ ਉਹ ਜ਼ਿੰਮੇਵਾਰੀ ਦੇ ਨਾਲ ਉੱਥੇ ਡਿਊਟੀ ਦਊਗਾ। ਅਸਲ 'ਚ ਧਾਲੀਵਾਲ ਸਾਹਿਬ BJP ਵਾਲੇ ਪਾਵਰ ਦੇ ਵਿੱਚ 2014 'ਚ ਆ ਗਏ, ਇਹ ਝੂਠੇ ਵਾਅਦੇ ਕਰਕੇ ਵੀ 2 ਕਰੋੜ ਲੋਕਾਂ ਨੂੰ ਰੁਜ਼ਗਾਰ ਦੇਵਾਂਗੇ, 15 ਲੱਖ ਰੁਪਏ ਤੁਹਾਡੇ ਖਾਤਿਆਂ 'ਚ ਪਾਵਾਂਗੇ, ਕਿਸਾਨਾਂ ਦੀ ਇਨਕਮ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਕੇ ਦੁੱਗਣੀ ਕਰ ਦਿਆਂਗੇ। ਇਸ ਤਰ੍ਹਾਂ ਦੇ ਵਾਅਦੇ ਕਰਕੇ ਇਹ ਪਾਵਰ ਦੇ ਵਿੱਚ ਆ ਗਏ। ਪਰ ਜਦੋਂ ਆਏ, ਇਹਨਾਂ ਨੇ ਲੋਕਾਂ ਵਾਸਤੇ ਕੰਮ ਕਰਨ ਦੀ ਬਜਾਏ ਕਾਰਪੋਰੇਟ ਸੈਕਟਰ ਲਈ ਕੰਮ ਕੀਤਾ। ਇਸੇ ਤਰ੍ਹਾਂ ਆਪ ਨੇ
ਆਪ ਪਾਰਟੀ ਜਿਹੜੀ ਹੈਗੀ ਹੈ ਇਹਨੇ ਪੰਜਾਬ ਦੇ ਅੰਦਰ ਇਲੈਕਸ਼ਨਾਂ ਦੇ ਵਿੱਚ ਲੋਕਾਂ ਦੀ ਨਬਜ਼ ਦੇਖ ਕੇ ਕਿ ਲੋਕ ਕਿਸੇ ਪਾਰਟੀ ਤੋਂ ਵੀ ਇਸ ਵੇਲੇ ਅਕਾਲੀ ਤੋਂ ਕਾਂਗਰਸ ਤੋਂ ਨਾਲ ਸੈਟੀਸਫਾਈਡ ਨਹੀਂ। ਇਹਨਾਂ ਨੇ ਵਾਅਦਾ ਕਰ ਲਿਆ ਵੀ 300 ਯੂਨਿਟ 1000 ਰੁਪਈਆ ਤੇ ਜਿਹੜਾ ਹੈਗਾ ਸਿਹਤ ਸਹੂਲਤਾਂ ਮੁਫਤ ਦੇਣ ਦਾ, ਉਹ ਨਾਕਾਮ ਹੋ ਗਏ। ਅਸਲ ਦੇ ਵਿੱਚ ਜਿਹੜੀਆਂ ਇਹ ਸਾਰੀਆਂ ਪਾਰਟੀਆਂ ਨੇ ਇਹ ਕਾਰਪੋਰੇਟ ਵਰਗ ਦੀ ਹੀ ਇਸ ਵੇਲੇ ਮਦਦ ਕਰ ਰਹੀਆਂ ਨੇ, ਉਹਨਾਂ ਵਾਸਤੇ ਕੰਮ ਕਰ ਰਹੀਆਂ ਨੇ, ਆਮ ਲੋਕਾਂ ਵਾਸਤੇ ਕੰਮ ਨਹੀਂ ਕਰ ਰਹੀਆਂ। ਲੋਕ ਇਸ ਗੱਲ ਨੂੰ ਬਹੁਤ ਛੇਤੀ ਹੁਣ ਪਛਾਣਨ ਲੱਗ ਗਏ। ਲੋਕ ਇਹਨਾਂ ਗੱਲਾਂ ਦੇ ਵਿੱਚ ਹੁਣ ਗਾਹਾਂ ਵਾਸਤੇ ਨਹੀਂ ਆਉਣਗੇ। ਉਹਨਾਂ ਨੂੰ ਦੇਖੋ, ਜਿਹੜੀ ਆਪ ਪਾਰਟੀ ਹੈ, ਆਪ ਪਾਰਟੀ ਦੀ ਨਾ ਕੋਈ ਸੋਚ ਹੈ, ਨਾ ਤਾਂ ਇਹਨਾਂ ਦੀ ਕੋਈ ਫਿਲਾਸਫੀ ਹੈ, ਨਾ ਇਹਨਾਂ ਦੀ ਕੋਈ ਆਰਗੇਨਾਈਜੇਸ਼ਨ ਹੈ। 58 MLA ਇਹਨਾਂ ਦੇ ਉਹ ਨੇ ਜਿਹੜੇ ਦੂਜੀਆਂ ਪਾਰਟੀਆਂ ਤੋਂ ਉਧਾਰੇ ਮੰਗੇ ਹੋਏ ਆ, ਕੋਈ ਕਾਂਗਰਸ ਤੋਂ, ਕੋਈ ਅਕਾਲੀ ਦਲ ਤੋਂ, ਉਹ ਨੇ। ਇਹ ਤੇ ਨਾ ਸਰਕਾਰ ਤੇ ਇਸ ਕਰਕੇ ਟਿਕੀ ਆ ਵੀ 92 ਸੀਟਾਂ ਇਹਨਾਂ ਦੇ ਕੋਲ ਨੇ। ਜੇ ਕਿਤੇ ਘੱਟ ਹੁੰਦੀਆਂ ਤੇ ਹੁਣ ਨੂੰ ਖਿਸਕ ਜਾਣੇ ਸੀ। ਹਾਂ, ਅਸਲ ਦੇ ਵਿੱਚ ਲੋਕਾਂ ਨੂੰ ਸਰਕਾਰ ਇਹ ਚਾਹੀਦੀ ਹੈ ਜਿਹੜੀ ਆਪਣੀ ਕਿਸੇ ਆਈਡੀਓਲੋਜੀ ਦੇ ਉੱਤੇ ਹੋਵੇ, ਵੀ ਉਹਨਾਂ ਨੇ ਕਾਰਪੋਰੇਟ ਸੈਕਟਰ ਦੀ ਮਦਦ ਕਰਨੀ ਹੈ, ਉਹਨਾਂ ਵਾਸਤੇ ਕੰਮ ਕਰਨਾ ਜਾਂ ਲੋਕਾਂ ਵਾਸਤੇ ਕੰਮ ਕਰਨਾ। ਇਸ ਤਰ੍ਹਾਂ ਦੀ ਜਦੋਂ ਤੱਕ ਕੋਈ ਪਾਰਟੀ ਲੋਕਾਂ ਦੇ ਸਾਹਮਣੇ ਨਹੀਂ ਆਉਂਦੀ, ਲੋਕ ਇੱਕ ਤੋਂ ਬਾਅਦ ਦੂਜੀ ਤੋਂ ਬਾਅਦ ਤੀਜੀ ਨੂੰ ਸਰਕਾਰਾਂ ਨੂੰ ਪਲਟਾਈ ਜਾਣਗੇ। ਲੋਕ, ਕਿਉਂਕਿ ਲੋਕ ਇਸ ਵੇਲੇ ਬਹੁਤ ਦੁਖੀ ਨੇ, ਮਹਿੰਗਾਈ ਬਹੁਤ ਹੋ ਗਈ ਹੈ, ਰੁਜ਼ਗਾਰ ਕੋਈ ਨਹੀਂ ਮਿਲ ਰਿਹਾ ਬੱਚਿਆਂ ਨੂੰ, ਪੜ੍ਹੇ ਲਿਖੇ ਬੱਚੇ ਵੀ ਬੇਰੁਜ਼ਗਾਰ ਨੇ, ਬਾਹਰ ਨੂੰ ਲੋਕ ਜਾ ਰਹੇ ਨੇ, ਬਹੁਤ ਬੁਰਾ ਹਾਲ ਹੈ। ਇਸ ਕਰਕੇ ਲੋਕ ਜਿਹੜੇ ਹੈਗੇ ਨੇ ਉਹ ਚਾਹੁੰਦੇ ਨੇ ਕੋਈ ਸਥਾਈ ਗੌਰਮੈਂਟ ਹੋਵੇ ਜਿਹੜੀ ਇਸ ਗੱਲ ਦੀ ਗਰੰਟੀ ਦੇਵੇ ਕਿ ਬੱਚਿਆਂ ਨੂੰ ਰੁਜ਼ਗਾਰ ਵੀ ਮਿਲੇਗਾ, ਸਿਹਤ ਸਹੂਲਤਾਂ ਵੀ ਮੁਫਤ ਮਿਲਣਗੀਆਂ, ਪੜ੍ਹਾਈ ਵੀ ਸਾਰਿਆਂ ਨੂੰ ਇਕਸਾਰ ਮਿਲੂਗੀ। ਹੁਣ ਤੁਸੀਂ ਕੈਨੇਡਾ ਦੇ ਵਿੱਚ ਤੁਸੀਂ ਦੇਖੋ, ਜਾਂ ਕੈਨੇਡਾ ਜਾਂ ਹੋਰ ਜਿਹੜੇ ਮੁਲਕ ਨੇ, ਉੱਥੇ ਏਰੀਆ ਸਕੂਲਸ ਨੇ। ਏਰੀਆ ਸਕੂਲ ਦੇ ਵਿੱਚ ਹਰੇਕ ਦਾ ਬੱਚਾ ਚਾਹੇ ਅਮੀਰ ਹੈ ਚਾਹੇ ਗਰੀਬ ਹੈ, ਏਰੀਆ ਸਕੂਲ ਦੇ ਵਿੱਚ ਪੜ੍ਹਦਾ। ਪਰ ਸਾਡੀ ਜਿਹੜੀ ਸਰਕਾਰ ਹੈ BJP ਦੀ, ਇਹ ਮੁਕਾਬਲਾ ਆਪਣੀ ਵਿਕਸਿਤ ਮੁਲਕਾਂ ਨਾਲ ਨਹੀਂ ਕਰਦੀ, ਆਪਦਾ ਮੁਕਾਬਲਾ ਅਫਗਾਨਿਸਤਾਨ ਤੇ ਪਾਕਿਸਤਾਨ ਨਾਲ ਕਰਦੀ ਹੈ। ਬਿਲਕੁਲ ਸਹੀ ਗੱਲ ਹੈ ਤੁਹਾਡੀ, ਬਿਲਕੁਲ ਗੱਲ ਸਹੀ। ਵੀ ਅਫਗਾਨਿਸਤਾਨ ਦੇ ਵਿੱਚ ਐਂ ਹੋ ਰਿਹਾ ਜੀ, ਉਹ ਮੰਦਰ ਤੋੜ ਰਹੇ ਨੇ, ਅਸੀਂ ਇਹਨਾਂ ਦੀਆਂ ਮਸਜਿਦਾਂ ਤੋੜ ਰਹੇ ਹਾਂ। ਮਸਜਿਦ ਤੋੜਦੀ ਹਾਂਜੀ, ਇਸ ਤਰ੍ਹਾਂ ਦਾ ਮੁਕਾਬਲਾ ਕਰਦੇ ਨੇ। ਇਹ ਨਹੀਂ ਕਹਿੰਦੇ ਵੀ ਉੱਥੇ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਜਾਂ ਹੋਰ ਜਿਹੜੇ ਮੁਲਕ ਨੇ, ਉੱਥੇ ਲੋਕਾਂ ਨੂੰ ਐਜੂਕੇਸ਼ਨ ਤੇ ਹੈਲਥ ਕੇਅਰ ਜਿਹੜੀ ਹੈਗੀ ਹੈ ਬਰਾਬਰਤਾ ਦੀ ਮਿਲ ਰਹੀ ਹੈ, ਅਸੀਂ ਵੀ ਦੇਵਾਂਗੇ, ਇਹ ਗੱਲ ਨਹੀਂ ਕਰਦੇ। ਹਾਂ ਠੀਕ ਹੈ ਲੋਟੇ ਸਾਹਿਬ, ਅਸੀਂ ਦਰਸ਼ਕਾਂ ਤੋਂ ਨਾ ਇਜਾਜ਼ਤ ਲਈਏ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ। ਤੇ ਦਰਸ਼ਕੋ, ਜਿਹੜੇ ਦਰਸ਼ਕ ਅਜੇ ਤੱਕ ਜਿਨ੍ਹਾਂ ਨੇ ਸਾਡਾ ਮਤਲਬ ਚੈਨਲ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ, ਉਹਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ। ਅਤੇ ਜੋ ਸਾਡੀ ਅੱਜ ਵਿਸ਼ੇਸ਼ ਡਿਸਕਸ਼ਨ ਜਿਹੜੀ ਆ ਅਗਨੀਪਥ ਯੋਜਨਾ ਦੇ ਉੱਤੇ ਹੋਈ ਆ, ਉਹਦੇ 'ਤੇ ਜੇ ਤੁਹਾਨੂੰ, ਕਿਉਂਕਿ ਆਮ ਚਰਚਾ ਦਾ ਸਾਡਾ ਇੱਕ ਵਿਸ਼ਾ ਰਿਹਾ ਅੱਜ ਜਿਹੜਾ ਵੀ ਜੇ 4 ਸਾਲ ਦੀ ਸਕੀਮ ਇਹ ਲਾਗੂ ਹੋ ਜਾਂਦੀ ਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਰਕਾਰ ਆ, ਜਿਹੜਾ ਦੇਸ਼ ਆ, ਇਹਨੂੰ ਭਾਰੀ ਖਮਿਆਜ਼ਾ ਜਿਹੜਾ ਭੁਗਤਣਾ ਪਊਗਾ। ਕਿਉਂਕਿ ਜਿਹੜੇ ਬੱਚੇ ਨੇ, ਕਿਉਂਕਿ ਅਨਐਮਪਲੋਇਮੈਂਟ ਸਾਡੇ ਦੇਸ਼ ਬਹੁਤ ਜ਼ਿਆਦਾ, ਬੱਚੇ ਜਿਹੜੇ ਆ ਗਲਤ ਰਸਤੇ ਪੈ ਸਕਦੇ। ਤੁਸੀਂ ਇਸ 'ਤੇ ਕਮੈਂਟ ਜ਼ਰੂਰ ਕਰਿਓ ਅਤੇ ਇਸ ਨੂੰ ਸ਼ੇਅਰ ਕਰਿਓ। ਧੰਨਵਾਦ। ਸਤਿ ਸ਼੍ਰੀ ਅਕਾਲ।